ਔਰ ਅੱਜ ਜਿਸ ਕਿਸਮ ਦਾ ਟੈਕਨੋਲੋਜੀ ਦਾ ਯੁੱਗ ਹੈ, ਇਸ ਯੁੱਗ ਦੇ ਵਿੱਚ ਇਹਦੀ ਸਭ ਤੋਂ ਵੱਡੀ ਜ਼ਰੂਰਤ ਵੀ ਸੀ। ਬਹੁਤ ਸਾਰੇ ਪਲੇਟਫਾਰਮ ਵਰਲਡ ਦੇ ਵਿੱਚ ਕੰਮ ਕਰ ਰਹੇ ਨੇ ਔਰ ਮੈਨੂੰ ਖੁਸ਼ੀ ਹੈ ਕਿ ਸਾਡੇ ਸਿੱਖਾਂ ਨੇ ਪਲੇਟਫਾਰਮ ਤਿਆਰ ਕੀਤਾ ਹੈਗਾ। ਕਿ ਅਸੀਂ ਪੰਜਾਬ ਨੂੰ ਇੱਕ ਤਰ੍ਹਾਂ ਪੰਜਾਬ ਦੀ ਪੁਨਰ ਸਿਰਜਣਾ ਕਰਨੀ ਆ ਕਿ ਇੱਥੋਂ ਬੱਚੇ ਜਿਹੜੇ ਆ ਜਿਵੇਂ ਕਿਹਾ ਸੀ ਪੰਛੀ ਤਾਂ ਉੱਡ ਗਏ ਨੇ, ਰੁੱਖ ਵੀ ਸਲਾਹਾਂ ਕਰਨ, ਚਲੋ ਇੱਥੋਂ ਚੱਲੀਏ ਕਿ ਇੱਥੇ ਕੋਈ ਵਸਣ ਲਈ ਤਿਆਰ ਨਹੀਂ। ਉਹਦਾ ਕਾਰਨ ਕੀ ਹੋਇਆ ਕਿ ਉਹਦਾ ਕਾਰਨ ਸਾਡੀ ਉਹ ਰਾਜਨੀਤੀ ਆ ਜਿਹਨੇ ਮਤਲਬ ਹੌਲੀ ਹੌਲੀ ਐਜੂਕੇਸ਼ਨ ਨੂੰ ਇੰਨੀ ਮਹਿੰਗੀ ਕਰ ਦਿੱਤਾ। ਜਿਹੜੀ ਪ੍ਰਧਾਨ ਚੀਜ਼ ਆ ਉਹ ਹੈਗੀ ਟੈਕਨੋਲੋਜੀ। ਜਿਨ੍ਹਾਂ ਨੇਸ਼ਨਸ ਕੋਲ, ਜਿਨ੍ਹਾਂ ਕੌਮਾਂ ਕੋਲ, ਜਿਨ੍ਹਾਂ ਮੁਲਕਾਂ ਕੋਲ, ਜਿਨ੍ਹਾਂ ਸਟੇਟਸ ਕੋਲ ਟੈਕਨੋਲੋਜੀ ਹੋਏਗੀ, ਉਹੀ ਸਟੇਟਸ ਦੁਨੀਆ ਦੇ ਵਿੱਚ ਅੱਗੇ ਵਧਣਗੀਆਂ, ਉਹੀ ਵੱਧ ਤੋਂ ਵੱਧ ਵੈਲਿਊ ਕ੍ਰੀਏਸ਼ਨ ਕਰਨਗੀਆਂ, ਐਮਪਲੋਇਮੈਂਟ ਕ੍ਰੀਏਟ ਕਰਨਗੀਆਂ। ਜਾਣਕਾਰੀ ਹੈ ਕਿ ਇੱਕ ਡਿਜੀਟਲ ਪਲੇਟਫਾਰਮ ਤੋਂ ਆਨਲਾਈਨ ਜਿਹੜੀ ਹੈ ਬਹੁਤ ਹੀ ਸਸਤੀ ਐਜੂਕੇਸ਼ਨ ਜਿਹੜੀ ਹੈ ਉਹ ਸਾਡੇ ਬੱਚਿਆਂ ਨੂੰ ਮੁਹੱਈਆ ਕਰਵਾਈ ਜਾਊਗੀ। ਔਰ ਅੱਜ ਜਿਸ ਕਿਸਮ ਦਾ ਟੈਕਨੋਲੋਜੀ ਦਾ ਯੁੱਗ ਹੈ, ਇਸ ਯੁੱਗ ਦੇ ਵਿੱਚ ਇਹਦੀ ਸਭ ਤੋਂ ਵੱਡੀ ਜ਼ਰੂਰਤ ਵੀ ਸੀ। ਬਹੁਤ ਸਾਰੇ ਪਲੇਟਫਾਰਮ ਵਰਲਡ ਦੇ ਵਿੱਚ ਕੰਮ ਕਰ ਰਹੇ ਨੇ ਔਰ ਮੈਨੂੰ ਖੁਸ਼ੀ ਹੈ ਕਿ ਸਾਡੇ ਸਿੱਖਾਂ ਨੇ ਪਲੇਟਫਾਰਮ ਤਿਆਰ ਕੀਤਾ ਹੈਗਾ ਤੇ ਸਾਡੇ ਸਿੱਖ ਜਿਹੜੇ ਨੇ ਹੁਣ ਆਰਗੇਨਾਈਜ਼ ਕਰਨਗੇ ਇਸ ਸਾਰੇ ਪ੍ਰੋਗਰਾਮ ਨੂੰ। ਡਾਕਟਰ ਅਮਰਜੀਤ ਸਿੰਘ ਜੀ ਗਰੇਵਾਲ, ਸਰਦਾਰ ਗੁਰਪ੍ਰੀਤ ਸਿੰਘ ਜੀ ਔਰ ਜਿਸ ਸਕੂਲ ਨਾਲ ਕੋਲੈਬੋਰੇਸ਼ਨ ਹੋਇਆ, ਮੈਂ ਇਹਦੀ ਬਹੁਤ ਬਹੁਤ ਵਧਾਈ ਦਿੰਦਾ ਇਹਨਾਂ ਸਾਰਿਆਂ ਨੂੰ ਔਰ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਇਹ ਸਾਰਾ ਸਕਸੈਸ ਹੋਵੇ। ਮੇਰਾ ਨਾਮ ਮਨਜੀਤ ਸਿੰਘ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ। ਹਾਂਜੀ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਪੰਜਾਬ ਦੇ ਲਈ ਖਾਸ ਤੌਰ 'ਤੇ ਮਾਣ ਕਰਨਯੋਗ ਔਰ ਬਹੁਤ ਦੂਰ ਅਸੀਂ ਨਤੀਜਿਆਂ ਵਾਲਾ ਇਹ ਪ੍ਰੋਜੈਕਟ ਹੈ ਜਿਹੜਾ ਪੰਜਾਬ ਦੀ ਜਵਾਨੀ ਦੇ ਭਵਿੱਖ ਨੂੰ ਮਾਣਯੋਗ ਬਣਾਉਣ ਲਈ ਇਹ ਸ਼ੁਰੂ ਕੀਤਾ ਜਾ ਰਿਹਾ। ਇਹ ਸ਼ਬਦ ਲੰਗਰ ਦੇ ਤੌਰ 'ਤੇ ਇਸ ਨੂੰ ਸ਼ੁਰੂ ਕੀਤਾ ਜਾ ਰਿਹਾ। ਇਹਦੇ ਵਿੱਚ ਆਨਲਾਈਨ ਪੜ੍ਹਾਈ ਚੱਲਣੀ ਹੈ ਸਾਰੀ। ਵਿਸਥਾਰ ਸਹਿਤ ਇਸ ਦਾ ਜਿਹੜਾ ਪ੍ਰੋਗਰਾਮ ਹੈ ਉਹ ਤਾਂ ਤੁਹਾਨੂੰ ਬਾਅਦ ਵਿੱਚ ਦੱਸਿਆ ਜਾ ਸਕਦਾ। ਜਿਹੜੀ ਅੱਜ ਸੰਸਾਰ ਦੇ ਵਿੱਚ ਖਾਸ ਤੌਰ 'ਤੇ ਕਰੋਨਾ ਦੀ ਬਿਮਾਰੀ ਤੋਂ ਬਾਅਦ ਪ੍ਰਸਥਿਤੀ ਬਣ ਗਈ ਹੈ, ਹਾਲਾਤ ਬਣ ਗਏ, ਉਹਦੇ ਵਿੱਚ ਹਰ ਕਾਰਜ ਖੇਤਰ ਦੇ ਇੱਕ ਵੱਖਰੇ ਦੇਸਾਂ ਦੇ ਵੱਖਰੇ ਰੂਪ ਨਜ਼ਰ ਆਉਣੇ ਨੇ। ਪੜ੍ਹਾਈ ਦਾ ਵੀ ਜਿਹੜਾ ਰੂਪ ਹੈ ਉਹ ਬਦਲਵੇਂ ਹਾਲਾਤ ਵਿੱਚ ਇੱਕ ਵੱਖਰਾ ਰੂਪ ਅਖਤਿਆਰ ਕਰੇਗਾ। ਉਸ ਨੂੰ ਧਿਆਨ ਵਿੱਚ ਰੱਖਦਿਆਂ ਹਰ ਸਬਜੈਕਟ ਦੀ ਪੜ੍ਹਾਈ ਜਿਹੜੀ ਹੈ ਉਹ ਆਨਲਾਈਨ ਕਰਾਉਣ ਵਾਸਤੇ ਸੰਸਾਰ ਪੱਧਰ 'ਤੇ ਜੋ ਹਾਲਾਤ ਚੱਲ ਰਹੇ ਨੇ ਉਹ ਸਮੇਂ ਦਾ ਖਾਣੀ ਨੌਜਵਾਨਾਂ ਨੂੰ ਬਣਾਉਣ ਵਾਸਤੇ ਪੰਜਾਬ ਦੀ ਜਵਾਨੀ ਨੂੰ ਹਾਵਰਡ ਯੂਨੀਵਰਸਿਟੀ ਦੇ ਨਾਲ ਇਹ ਤਾਲਮੇਲ ਬਣਾ ਕੇ ਤੇ ਇਸ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਇਹਦੀ ਖਾਸੀਅਤ ਇਹ ਹੈ ਕਿ ਬਹੁਤ ਘੱਟ ਪੈਸਿਆਂ ਨਾਲ ਇਹ ਐਜੂਕੇਸ਼ਨ ਜਿਹੜੀ ਹੈ ਦਿੱਤੀ ਜਾਣੀ ਹੈ। ਜਿਵੇਂ ਕਿ ਇੱਕ ਬੱਚੇ ਦੇ ਲਈ ਅੱਜ ਜੋ ਚੱਲ ਰਿਹਾ ਇਸ ਐਜੂਕੇਸ਼ਨ ਦਾ ਪ੍ਰੋਜੈਕਟ ਸਿਸਟਮ ਚੱਲ ਰਿਹਾ ਉਹ ਤਕਰੀਬਨ 60,000 ਰੁਪਇਆ ਮਹੀਨੇ ਦਾ ਖਰਚਾ ਹੈ। ਅਸੀਂ ਇਸ ਨੂੰ 5,000 'ਤੇ ਲਿਆਂਦਾ ਹੈ ਸਾਲ ਦਾ ਖਰਚਾ ਬੱਚੇ ਦਾ 5,000। ਉਹਦੇ ਵਿੱਚ ਵੀ 13 ਉਹ
ਸ਼ਾਮਲ ਨੇ ਕੋਰਸ ਜਿਹੜੇ ਪ੍ਰੋਫੈਸ਼ਨਲ ਨੇ, ਜਿਨ੍ਹਾਂ ਦੀ ਅੱਜ ਕੰਪੀਟੀਟਿਵ ਐਗਜ਼ਾਮ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ, ਭਾਵੇਂ ਉਹ ਬੈਂਕਾਂ ਦੇ ਨੇ, ਭਾਵੇਂ ਉਹ ਰੇਲਵੇ ਦੇ ਨੇ, ਭਾਵੇਂ ਉਹ IAS PCS, ਇਹ ਸਾਰੇ ਜਿਹੜੇ ਪ੍ਰੋਫੈਸ਼ਨਲ ਕੋਰਸਿਸ ਨੇ, ਇਨ ਐਡੀਸ਼ਨ ਇਹਨਾਂ ਦੇ ਵਿੱਚ ਨਾਲ ਮੁਫਤ ਦਿੱਤੇ ਜਾ ਰਹੇ ਨੇ। ਜਿਹੜੇ ਵੀ ਬੱਚੇ ਨੇ ਪਰਿਵਾਰ ਵਿੱਚੋਂ ਇਹ ਕਰਨਾ ਹੈਗਾ, ਜੇ ਇੱਕ ਬੱਚਾ ਨਰਸਰੀ ਦੇ ਵਿੱਚ ਦਾਖਲ ਹੁੰਦਾ ਜਾਂ ਪਹਿਲੀ ਵਿੱਚ ਜਾਂ ਕਿਸੇ ਵੀ ਕਲਾਸ ਵਿੱਚ +2 ਤੱਕ, ਉਹਦੇ ਨਾਲ ਜੇ ਘਰ ਦਾ ਕੋਈ ਮੈਂਬਰ ਇਹ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਇਹ ਸਹੂਲਤ ਨਾਲ ਦਿੱਤੀ ਜਾ ਰਹੀ ਹੈ। ਸੋ ਸਾਡੀ ਕੋਸ਼ਿਸ਼ ਸਿਰਫ ਇਹ ਹੈ ਕਿ ਇੱਥੋਂ ਦੇ ਸਾਡੇ ਬੱਚੇ ਪੰਜਾਬ ਦੇ ਜਿਹੜੇ ਬਾਹਰ ਨੂੰ ਇਸ ਵੇਲੇ ਰੁਚਿਤ ਹੋ ਰਹੇ ਨੇ ਜਾਣ ਨੂੰ, ਉਹਨਾਂ ਨੂੰ ਇੰਟਰਨੈਸ਼ਨਲ ਲੈਵਲ ਦੀ ਪੜ੍ਹਾਈ ਇੱਥੇ ਹੀ ਇਸ ਤਰ੍ਹਾਂ ਦਿੱਤੀ ਜਾਵੇ ਕਿ ਉਹ ਜਿਹੜੇ ਵੀ ਸਬਜੈਕਟ ਦੇ ਵਿੱਚ ਮੁਹਾਰਤ ਹਾਸਲ ਕਰਨਾ ਚਾਹੁੰਦੇ ਉਹ ਕਰ ਸਕਣ। ਇਹ ਇਸ ਦਾ ਸੰਖੇਪ ਜਿਹਾ ਉਹਦਾ ਅੱਜ ਉਦਘਾਟਨ ਇਸ ਸਕੂਲ ਤੋਂ ਕਰਨ ਜਾ ਰਹੇ ਹਾਂ, ਸੀਪਾ ਸਕੂਲ ਤੋਂ, ਤੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਆ ਰਹੇ ਨੇ ਤੇ ਹੋਰ ਪਤਵੰਤੇ ਸੱਜਣ ਜਿਹੜੇ ਨੇ ਉਹ ਸ਼ਾਮਲ ਹੋਏ ਨੇ। ਇਹ ਸਾਰੀ ਪੜ੍ਹਾਈ ਇੰਟਰਨੈਸ਼ਨਲ ਲੈਵਲ ਦੇ ਸਟੈਂਡਰਡ ਦੀ ਆਨਲਾਈਨ ਹੋਣੀ ਹੈ ਹਰ ਸਬਜੈਕਟ ਨਾਲ। ਇਹ ਗੁਰਦੁਆਰਾ ਸਾਹਿਬ ਵਿਖੇ ਵੀ ਇਹ ਚੱਲਣਾ ਹੈ? ਹਾਂਜੀ ਹਾਂ, ਇਹ ਗੁਰਦੁਆਰਾ ਸਾਹਿਬਾਨ 'ਚ ਪੰਚਾਇਤਾਂ ਦੇ ਰਾਹੀਂ ਜਾਂ ਹੋਰ ਪਤਵੰਤੇ ਸੱਜਣ ਜਿਹੜੇ ਨੇ ਉਹ ਪਿੰਡਾਂ ਦੇ ਵਿੱਚ ਖਾਸ ਤੌਰ 'ਤੇ ਇਸ ਪੜ੍ਹਾਈ ਦੀ ਸਹੂਲਤ ਨੂੰ ਬੱਚਿਆਂ ਤੱਕ ਪਹੁੰਚਾ ਸਕਦੇ ਹੈ। ਸਾਡੀ ਕੋਸ਼ਿਸ਼ ਹੈ ਕਿ ਗੁਰਦੁਆਰਾ ਸਾਹਿਬਾਨਾਂ ਦੇ ਜਿਹੜੇ ਗ੍ਰੰਥੀ ਸਾਹਿਬਾਨ ਨੇ ਜਾਂ ਉੱਥੇ ਜਿਹੜੇ ਕੀਰਤਨ ਦੀ ਜਾਂ ਕਿਸੇ ਰੂਪ ਵਿੱਚ ਵੀ ਸੇਵਾ ਨਿਭਾਉਂਦੇ ਆ, ਉਹਨਾਂ ਨੂੰ ਇਸ ਪੱਖੋਂ ਉਤਸ਼ਾਹਿਤ ਕਰਕੇ ਪੂਰੇ ਪਿੰਡ ਦੇ ਵਿੱਚ ਇਸ ਦੀ ਚੇਤਨਤਾ ਜਿਹੜੀ ਹੈ ਉਹ ਦਿੱਤੀ ਜਾਵੇ, ਤਾਂ ਕਿ ਬੱਚਿਆਂ ਨੂੰ ਸਸਤੇ ਢੰਗ ਨਾਲ ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਜਿਹੜੀ ਹੈ ਉਹ ਦਿੱਤੀ ਜਾ ਸਕੇ। ਔਰ ਦੂਸਰੀ ਗੱਲ, ਇਸ ਪੜ੍ਹਾਈ ਦੇ ਵਿੱਚ ਖਾਸੀਅਤ ਇਹ ਹੈ ਕਿ ਉਹ ਰੱਟੇ ਲਾ ਕੇ ਪੜ੍ਹਨ ਦੀ ਜਿਹੜੀ ਆਦਤ ਪਈ ਹੈ, ਜਿਹਦੇ ਕਰਕੇ ਸਾਡੇ ਬੱਚੇ ਹਰ ਸਬਜੈਕਟ ਵਿੱਚ ਪਛੜਦੇ ਨੇ। ਭਾਵੇਂ ਉਹ ਇੰਗਲਿਸ਼ ਹੈ, ਇੱਥੋਂ ਤੱਕ ਕਿ ਮਤਲਬ ਉਹਨਾਂ ਨੂੰ ਫਾਰਮ ਵੀ ਵਿਚਾਰਿਆਂ ਨੂੰ ਮਤਲਬ +2 ਵੀ ਕਰ ਜਾਂਦੇ ਆ ਅਤੇ ਐਡਮਿਸ਼ਨ ਫਾਰਮ ਤੱਕ ਨਹੀਂ ਭਰਨਾ ਆਉਂਦਾ। ਤਾਂ ਉਹਨਾਂ ਨੂੰ ਹਰ ਕਾਰਜ ਖੇਤਰ ਵਿੱਚ ਇੱਕ ਖਾਸ ਤੌਰ ਦਾ ਆਤਮ ਵਿਸ਼ਵਾਸ ਭਰ ਕੇ ਅਤੇ ਇੱਥੇ ਹੀ ਉਹਨਾਂ ਲਈ ਸਹੂਲਤਾਂ ਪੈਦਾ ਕੀਤੀਆਂ ਜਾਣ, ਇਸ ਤਰ੍ਹਾਂ ਦਾ ਪੜ੍ਹਾਈ ਦਾ ਸਿਸਟਮ ਇੱਥੇ ਕਰਨ ਜਾ ਰਿਹਾ ਹੈ। ਮਕਸਦ ਇਹ, ਮੈਂ ਤਾਂ ਇਹਦੇ ਨਾਲ ਬਹੁਤ ਵੱਡਾ ਮਕਸਦ ਜੋੜਦਾ ਕਿ ਅਸੀਂ ਪੰਜਾਬ ਨੂੰ ਇੱਕ ਤਰ੍ਹਾਂ ਪੰਜਾਬ ਦੀ ਪੁਨਰ ਸਿਰਜਣਾ ਕਰਨੀ ਆ, ਕਿ ਇੱਥੋਂ ਬੱਚੇ ਜਿਹੜੇ ਆ, ਜਿਵੇਂ ਕਿਹਾ ਸੀ ਪੰਛੀ ਤਾਂ ਉੱਡ ਗਏ ਨੇ, ਰੁੱਖ ਵੀ ਸਲਾਹਾਂ ਕਰਨ, ਚਲੋ ਇੱਥੋਂ ਚੱਲੀਏ, ਕਿ ਇੱਥੇ ਕੋਈ ਵਸਣ ਲਈ ਤਿਆਰ ਨਹੀਂ। ਉਹਦਾ ਕਾਰਨ ਕੀ ਹੋਇਆ ਕਿ ਉਹਦਾ ਕਾਰਨ ਸਾਡੀ ਉਹ ਰਾਜਨੀਤੀ ਆ ਜਿਹਨੇ ਮਤਲਬ ਹੌਲੀ ਹੌਲੀ ਐਜੂਕੇਸ਼ਨ ਨੂੰ ਇੰਨੀ ਮਹਿੰਗੀ ਕਰ ਦਿੱਤਾ ਔਰ ਇਹੋ ਜਿਹੇ ਹੱਥਾਂ 'ਚ ਸੌਂਪ ਦਿੱਤੀ ਜਿਹੜੇ ਵਪਾਰੀ ਨੇ। ਸੋ ਮੈਂ ਸਮਝਦਾ ਕਿ ਇਹ ਜੋ ਯਤਨ ਆ, ਇਹ ਇੱਕ ਤਰ੍ਹਾਂ ਉਸ ਵਿੱਦਿਆ ਨੂੰ ਇੱਕ ਵਪਾਰ ਤੋਂ ਹਟਾ ਕੇ ਇੱਕ ਪਿਆਰ ਨਾਲ ਔਰ ਬੱਚਿਆਂ ਤੱਕ, ਗਰੀਬਾਂ ਦੇ, ਧਰਤੀ ਨਾਲ ਜੁੜੇ ਲੋਕਾਂ ਦੇ ਬੱਚਿਆਂ ਨਾਲ ਜੋੜਨ ਦਾ ਇੱਕ ਕੰਮ, ਜਿਹੜਾ ਕਿ ਆਪਣੇ ਆਪ 'ਚ ਬਹੁਤ ਜਿਹਨੂੰ ਸ਼ਬਦ ਲੰਗਰ ਕਿਹਾ ਗਿਆ ਕਿ ਬਹੁਤ ਹੀ ਮਾਮੂਲੀ ਜਨ, ਜਿਸ ਤਰ੍ਹਾਂ ਜਿਸ ਮੁਲਕ ਤੁਹਾਨੂੰ ਕਿਤੋਂ ਹੋਰ ਮਿਲੇਗੀ ਉਹਨੂੰ ਬਹੁਤ ਸਮਝ ਲਓ ਕਿ ਨਾਮ ਮਾਤਰ ਇੱਕ ਤੁਹਾਨੂੰ ਇਹਦੇ ਲਈ ਇੱਕ ਆਪਣੇ ਵੱਲੋਂ ਯੋਗਦਾਨ ਦੇਣਾ ਪੈਣਾ, ਪਰ ਜਿਹਨਾਂ ਕਿ ਹਰੇਕ ਜਿਹੜਾ ਮਾਪੇ ਆ ਉਹ ਇਹਨਾਂ ਜੁੜ ਸਕਦੇ ਆ। ਸੋ ਇਹੀ ਮੈਂ ਸਮਝਦਾ ਕਿ ਬਹੁਤ ਵੱਡਾ ਮਕਸਦ ਹੈ ਕਿ ਜੇ ਅਸੀਂ, ਜਿਵੇਂ ਮੈਂ ਕਿਹਾ ਸੀ ਵੀ ਜਿੱਦਾਂ ਆਪਾਂ ਨੂੰ ਖੇਤਾਂ ਲਈ ਸੋਹਣੇ ਬੀਜ ਚਾਹੀਦੇ ਆ, ਇਹਦੇ ਨਾ ਬੱਚਿਆਂ ਦੇ ਮਨਾਂ ਲਈ ਸਾਨੂੰ ਉਹ ਚਾਨਣ ਦੇ ਬੀਜ ਚਾਹੀਦੇ ਆ, ਜਿਨ੍ਹਾਂ ਇਹੋ ਜ਼ਿੰਦਗੀ ਆਪਣੀ ਸਵਾਰ ਸਕਣ, ਜ਼ਿੰਦਗੀ ਕੁਛ ਬਣ ਸਕਣ ਔਰ ਆਪਣੇ ਪੈਰਾਂ 'ਤੇ ਖੜੇ ਹੋਣ ਔਰ ਇੱਕ ਇਹੋ ਜਿਹੇ ਖੂਬਸੂਰਤ ਇਨਸਾਨ ਬਣ ਸਕਣ ਜਿਹੜੇ ਅੱਛੇ ਨਾਗਰਿਕ ਵੀ ਹੋਣ ਅਤੇ ਉਹ ਅੱਛੇ ਅਖੀਰ 'ਤੇ ਉਹ ਇੱਕ ਅੱਛੀ ਰਾਜਨੀਤੀ ਨੂੰ ਵੀ ਪੈਦਾ ਕਰਨ। ਸੋ ਮੈਂ ਇਸ ਸਮਾਗਮ ਨਾਲ ਮੈਨੂੰ ਇੱਕ ਭਾਗਾਂ ਭਰਿਆ ਦਿਨ ਸਮਝਦਾ ਔਰ ਇੱਕ ਇਤਿਹਾਸਕ ਦਿਨ ਸਮਝਦਾ ਕਿ ਸਿੱਖਿਆ ਨੂੰ ਇਸ ਤਰ੍ਹਾਂ ਦਾ ਬਣਾਇਆ ਗਿਆ ਔਰ ਇਹਨੂੰ ਸਸਤੀ
ਔਰ ਗਰੀਬਾਂ ਮਸਕੀਨਾਂ ਦੇ ਬੱਚਿਆਂ ਦੀ ਵੀ ਪਹੁੰਚ ਆਉਣ ਵਾਲੀ ਬਣਾਈ। ਦੇਖੋ ਬਹੁਤੇ ਬੱਚੇ ਤਾਂ ਸਟੱਡੀ ਦਾ ਇੱਕ ਬਹਾਨਾ ਹੁੰਦਾ, ਉਹ ਨੌਕਰੀ ਲੱਭਣ ਲਈ ਨਾ, ਬਸ ਉਹਨਾਂ ਦਾ ਮੇਨ ਮੁੱਖ ਹੁੰਦਾ ਕਿ ਇੱਥੇ ਉਹਨਾਂ ਨੂੰ ਆਪਣਾ ਭਵਿੱਖ ਨਹੀਂ ਦਿਸਦਾ, ਕਿ ਇੱਥੇ ਕਿਸੇ ਬੱਚੇ ਨੂੰ, ਕਿਸੇ ਨੌਜਵਾਨ ਨੂੰ ਲੱਗਦਾ ਕਿ ਸਾਡਾ ਭਵਿੱਖ ਇੱਥੇ ਨਹੀਂ, ਸਾਡਾ ਭਵਿੱਖ ਪ੍ਰਦੇਸ਼ ਵਿੱਚ ਹੈ। ਸੋ ਇੱਥੇ ਭਵਿੱਖ ਕਿਉਂ ਨਹੀਂ ਹੈਗਾ, ਇਹਦੀ ਆਪਾਂ ਜਦੋਂ ਵੀ ਇਹਦੀਆਂ ਇਸ ਗੱਲ ਦੀਆਂ ਪਰਤਾਂ ਉਧੇੜਦੇ ਹਾਂ ਤੇ ਸਾਡੇ ਮਨ 'ਚ ਪਹਿਲੋਂ ਗੱਲ ਇਹ ਆਉਂਦੀ ਕਿ ਸਾਡੇ ਵਿੱਚ ਚੇਤਨਤਾ ਦੀ ਘਾਟ ਹੈ। ਸਾਡੀ ਚੇਤਨਤਾ ਦੀ ਘਾਟ ਕਰਕੇ ਸਾਡੀ ਸਿਆਸਤ ਖੋਟੀ ਆ। ਜੇ ਸਾਡੇ ਯਾਨੀ ਲੋਕਾਂ 'ਚ ਚੇਤਨਤਾ ਹੋਵੇ, ਸਾਡੇ ਨੌਜਵਾਨ ਚੇਤਨ ਹੋਣ, ਤੇ ਉਹ ਰਾਜਨੀਤੀ ਵਿੱਚ ਵੀ ਬਹੁਤ ਵੱਡੇ ਪਰਿਵਰਤਨ ਲਿਆ ਸਕਦੇ ਆ। ਸੋ ਜਿਹੜੀ ਮਤਲਬ ਮੈਂ ਸਮਝਦਾ ਕਿ ਜਿਹੜੀ ਇਸ ਲਈ ਮੈਂ ਕਹਿੰਦਾ ਕਿ ਜਿਹੜੀ ਜਦੋਂ ਮੈਂ ਸੋਚਦਾ ਕਿ ਇਹੋ ਹੈ ਐਜੂਕੇਸ਼ਨ ਦੀ, ਸਿਰਫ ਐਜੂਕੇਸ਼ਨ ਦੀ ਗੱਲ ਨਹੀਂ ਆ, ਇਹ ਇੱਕ ਪੰਜਾਬ ਦੇ ਸਮੁੱਚੇ ਭਵਿੱਖ ਦੀ ਔਰ ਨੌਜਵਾਨਾਂ ਦੇ ਭਵਿੱਖ ਦੀ ਗੱਲ ਹੈ, ਔਰ ਪੰਜਾਬ ਨੂੰ ਇੱਕ ਨਵਾਂ ਪੰਜਾਬ ਬਣਾਉਣ ਦੀ, ਔਰ ਜਿਹੜਾ ਖੁਸ਼ਹਾਲ ਵੀ ਹੋਵੇ, ਜਿਹਦੇ ਵਿੱਚ ਇਨਸਾਫ ਹੋਵੇ, ਜਿਹਦੇ ਵਿੱਚ ਸੋਹਣਾ ਸਮਾਜ ਹੋਵੇ, ਸੋਹਣੀ ਰਾਜਨੀਤੀ ਹੋਵੇ। ਅੱਜ ਸੀਬਾ ਸਕੂਲ ਦੇ ਵਿੱਚ ਸ਼ਬਦ ਲੰਗਰ ਦੀ ਸ਼ੁਰੂਆਤ ਹੋਈ ਹੈ ਤੇ ਸਾਨੂੰ ਆਸ਼ੀਰਵਾਦ ਦੇਣ ਦੇ ਲਈ ਅਕਾਲ ਤਖਤ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ, ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਜੀ ਤੇ ਬੜੇ ਪੰਜਾਬ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਜੀ, ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾਕਟਰ ਜਗਬੀਰ ਜੀ, ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵੀਸੀ ਨੀਲਮ ਗਰੇਵਾਲ ਜੀ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਾਬਕਾ ਚੇਅਰਮੈਨ ਡਾਕਟਰ ਕੇਰ ਸਿੰਘ ਜੀ, ਡਾਕਟਰ ਬਲਕਾਰ ਸਿੰਘ ਜੀ ਤੇ ਉਹਨਾਂ ਦੇ ਨਾਲ ਜਸਵੰਤ ਜਫਰ ਜੀ, ਸਵੀ ਜੀ ਤੇ ਹੋਰ ਬਹੁਤ ਹਸਤੀਆਂ ਪੰਜਾਬ ਦੇ ਵਿੱਚੋਂ ਪਹੁੰਚੀਆਂ ਨੇ, ਜਿਹੜੇ ਵਿੱਦਿਆ ਦੇ ਪਸਾਰ ਦੇ ਲਈ, ਐਜੂਕੇਸ਼ਨ ਦੇ ਲਈ, ਗਿਆਨ ਦੇ ਪਸਾਰੇ ਲਈ ਲਗਾਤਾਰ ਕੰਮ ਕਰ ਰਹੇ ਨੇ ਤੇ ਅੱਜ ਬਹੁਤ ਸਾਡਾ ਵਡਭਾਗਾ ਦਿਨ ਹੈ। ਸ਼ਬਦ ਲੰਗਰ ਇੱਕ ਕਨਸੈਪਟ ਹੈ, ਗੁਰੂ ਸਾਹਿਬਾਨਾਂ ਨੇ ਜਿਵੇਂ ਸ਼ੁਰੂ ਕੀਤਾ ਸੀਗਾ ਕਿ ਉਸ ਸਮੇਂ ਪੰਗਤ ਦਾ ਲੰਗਰ ਸੀਗਾ, ਨਾਲ ਸ਼ਬਦਾਂ ਦਾ ਲੰਗਰ ਸੀ। ਸਮੇਂ ਦੇ ਨਾਲ ਨਾਲ ਪੰਗਤ ਦਾ ਲੰਗਰ ਚੱਲਦਾ ਰਿਹਾ ਤੇ ਸ਼ਬਦਾਂ ਦਾ ਲੰਗਰ ਇੱਕ ਵੱਖਰਾ ਰੂਪ ਲੈ ਗਿਆ ਤੇ ਗਿਆਨ ਦੇ ਉੱਤੇ ਕਿਸੇ ਦੀ ਮਨੋਪਲੀ ਨਹੀਂ ਹੋਣੀ ਚਾਹੀਦੀ। ਗਿਆਨ ਸਭ ਲਈ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਸੂਰਜ ਦੀ ਰੋਸ਼ਨੀ ਸਾਰਿਆਂ ਲਈ ਹੈ, ਇਸੇ ਤਰ੍ਹਾਂ ਗਿਆਨ ਸਾਰਿਆਂ ਲਈ ਹੈ। ਇਹ ਇੱਕ ਡਿਜੀਟਲ ਪਲੇਟਫਾਰਮ ਹੈ ਜਿੱਥੋਂ ਕੋਈ ਵੀ ਵਿਦਿਆਰਥੀ ਜਾ ਕੇ ਜਿੰਨੀ ਚੁੱਪੀ ਲਾਵੇ ਉੱਥੋਂ ਉਹਨਾਂ ਗਿਆਨ ਪ੍ਰਾਪਤ ਕਰ ਸਕਦਾ। ਇਹਦੇ ਦੋ ਤਰ੍ਹਾਂ ਦਾ ਕਨਸੈਪਟ ਹੈ। ਜਿਹੜੇ ਸਕੂਲਾਂ ਦੇ ਵਿਦਿਆਰਥੀ ਨੇ ਉਹ ਇਸ ਐਪ ਦੇ ਥਰੂ, ਉਹਨਾਂ ਨੂੰ ਟਿਊਸ਼ਨ ਲੈਣ ਦੀ ਲੋੜ ਨਹੀਂ ਪੈਣੀ, ਉਹ ਜੋ ਵੀ ਕਨਸੈਪਟ ਨੂੰ ਸਮਝਣਾ ਉਹ ਸਮਝ ਸਕਦੇ ਨੇ। ਤੇ ਪਿੰਡਾਂ ਦੇ ਵਿੱਚ ਗੁਰਦੁਆਰਾ ਤੇ ਧਾਰਮਿਕ ਸਥਾਨਾਂ ਦੇ ਸਹਿਯੋਗ ਦੇ ਨਾਲ ਉੱਥੇ ਮੋਬਾਈਲ ਰੱਖੇ ਜਾਣਗੇ। ਇਹ ਐਪ ਹੋਊਗੀ, ਜਿਹੜੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ, ਕਿਸੇ ਸ਼ਹਿਰ ਦੇ ਵਿੱਚ ਟਿਊਸ਼ਨ ਵਾਸਤੇ ਨਹੀਂ ਜਾ ਸਕਦੇ, ਉਹ ਉੱਥੇ ਜਾ ਕੇ ਸ਼ਾਮ ਨੂੰ ਜੋ ਇਨਫੋਰਮੇਸ਼ਨ ਉਹਨਾਂ ਨੂੰ ਚਾਹੀਦੀ ਹੈ ਉਹ ਸਾਰੀ ਉੱਥੇ ਲੈ ਸਕਦੇ ਨੇ। ਹਾਂਜੀ, ਇੱਕ ਟਾਈਮ ਸੀ ਜਦੋਂ ਜਿੰਨੀ ਵੀ ਵੈਲਿਊ ਕ੍ਰੀਏਸ਼ਨ ਹੁੰਦੀ ਸੀ, ਆਮਦਨ ਹੁੰਦੀ ਸੀ ਜਾਂ ਐਮਪਲੋਇਮੈਂਟ ਕ੍ਰੀਏਟ ਹੁੰਦੀ ਸੀ ਤੇ ਵੈਲਥ ਦੀ ਕ੍ਰੀਏਸ਼ਨ ਹੁੰਦੀ ਸੀ, ਉਹਦਾ ਆਧਾਰ ਜ਼ਮੀਨ ਹੁੰਦੀ ਸੀ। ਫਿਰ ਇੱਕ ਟਾਈਮ ਆਇਆ ਕਿ ਜਦੋਂ ਜ਼ਮੀਨ ਦੀ 2 ਨੰਬਰ ਤੇ ਚਲੀ ਗਈ ਤੇ ਪਹਿਲ ਦੇ ਆਧਾਰ ਤੇ ਆ ਗਈ ਪੂੰਜੀ। ਜਿੰਨੀ ਤੁਸੀਂ ਜ਼ਮੀਨ ਤੇ ਪੂੰਜੀ ਲਾਉਂਦੇ ਸੀ ਉਨਾ ਹੀ ਤੁਸੀਂ ਜ਼ਮੀਨ 'ਚੋਂ ਇਨਕਮ ਲੈ ਲੈਂਦੇ ਸੀ। ਇਸੇ ਤਰ੍ਹਾਂ ਮਸ਼ੀਨਰੀ ਹੋਰ ਸਾਰਾ ਕੁਛ ਆ, ਉਹ ਜਿਹੜੀ ਵੈਲਿਊ ਕ੍ਰੀਏਸ਼ਨ ਦਾ ਜਾਂ ਰੁਜ਼ਗਾਰ ਦਾ ਮੁੱਖ ਸਾਧਨ ਬਣ ਗਈ। ਪਰ ਹੁਣ ਅਸੀਂ ਇੱਕ ਐਸੇ ਟਾਈਮ 'ਚੋਂ ਲੰਘ ਰਹੇ ਹਾਂ ਜਿੱਥੇ ਜ਼ਮੀਨ ਦੇ ਨਾਲ ਨਾਲ ਪੂੰਜੀ ਵੀ 2 ਨੰਬਰ ਤੇ ਚਲੀ ਗਈ। ਹੁਣ ਜਿਹੜੀ ਪ੍ਰਧਾਨ ਚੀਜ਼ ਆ ਉਹ ਹੈਗੀ ਟੈਕਨੋਲੋਜੀ। ਜਿਨ੍ਹਾਂ ਨੇਸ਼ਨਸ ਕੋਲ, ਜਿਨ੍ਹਾਂ ਕੌਮਾਂ ਕੋਲ, ਜਿਨ੍ਹਾਂ ਮੁਲਕਾਂ ਕੋਲ, ਜਿਨ੍ਹਾਂ ਸਟੇਟਸ ਕੋਲ ਟੈਕਨੋਲੋਜੀ ਹੋਏਗੀ, ਉਹੀ ਸਟੇਟਸ ਦੁਨੀਆ ਦੇ ਵਿੱਚ ਅੱਗੇ ਵਧਣਗੀਆਂ, ਉਹੀ ਵੱਧ ਤੋਂ ਵੱਧ ਵੈਲਿਊ ਕ੍ਰੀਏਸ਼ਨ ਕਰਨਗੀਆਂ, ਐਮਪਲੋਇਮੈਂਟ ਕ੍ਰੀਏਟ ਕਰਨਗੀਆਂ। ਤੇ ਇਸ ਤਰ੍ਹਾਂ ਇਸ ਗੱਲ ਨੂੰ ਜਿਹੜੀ ਟੈਕਨੋਲੋਜੀ ਆ ਉਹ ਬੰਦਿਆਂ ਦੇ ਰਾਹੀਂ ਹੀ ਇੰਪਲੀਮੈਂਟ ਹੋਣੀ ਹੁੰਦੀ ਆ, ਉਹ ਬੰਦੇ ਹੀ ਉਹਦਾ ਆਧਾਰ ਬਣਨੇ ਹੁੰਦੇ ਨੇ। ਇਸ ਕਰਕੇ ਜਿਹੜੀ ਐਜੂਕੇਸ਼ਨ ਆ ਉਹਨੇ ਇਸ ਵੇਲੇ ਸਾਰੀਆਂ ਚੀਜ਼ਾਂ ਤੋਂ ਅੱਗੇ ਇੱਕ ਪ੍ਰਾਥਮਿਕਤਾ ਹਾਸਲ ਕਰ ਲਈ ਆ ਕਿ ਜਿੱਥੇ ਐਜੂਕੇਸ਼ਨ ਹੋਏਗੀ, ਨਵੀਂ ਟੈਕਨੋਲੋਜੀ ਦੀ ਐਜੂਕੇਸ਼ਨ ਹੋਏਗੀ, ਐਜੂਕੇਸ਼ਨ ਹੀ ਲੋਕਾਂ ਨੂੰ ਟੈਕਨੋਲੋਜੀ ਨਾਲ ਆਗਮੈਂਟ ਕਰ ਸਕਦੀ ਆ, ਉਹੀ ਨੇਸ਼ਨਸ ਅੱਗੇ ਵਧਣਗੀਆਂ, ਉਹੀ ਵੈਲਿਊ ਕ੍ਰੀਏਸ਼ਨ ਕਰਨਗੀਆਂ। ਸੋ ਪਰ ਇਸ ਵੇਲੇ ਕੀ ਹੋ ਰਿਹਾ ਕਿ ਜਿਵੇਂ ਹੁਣੇ ਸਿੰਘ ਸਾਹਿਬ ਨੇ ਕਿਹਾ ਕਿ ਅਸੀਂ ਸਿਰਫ ਜਿਹੜੇ ਕੋਈ ਐਲੀਟ ਸਕੂਲਸ ਨੇ
ਐਲੀਟ ਇੰਸਟੀਟਿਊਸ਼ਨਸ ਨੇ ਉਹ ਹੀ ਇੰਪਲੋਏਬਲ ਅਫੋਰਡੇਬਲ ਐਜੂਕੇਸ਼ਨ ਲੋਕਾਂ ਨੂੰ ਦੇ ਸਕਦੇ ਨੇ। ਆਮ ਸਧਾਰਨ ਜਿਹੜੀ ਜਨਤਾ ਹੈਗੀ ਆ ਉਹ ਇਸ ਤੋਂ ਮਹਿਰੂਮ ਰਹਿ ਜਾਂਦੀ ਆ, ਉਹਨੂੰ ਇਹ ਐਜੂਕੇਸ਼ਨ ਨਹੀਂ ਮਿਲਦੀ। ਇਸ ਮਜ਼ਬੂਤ ਚੀਜ਼ ਨੂੰ ਦੇਖਦੇ ਹੋਏ ਕਿ ਸਾਰਿਆਂ ਨੂੰ ਇੱਕੋ ਜਿਹੀ ਐਜੂਕੇਸ਼ਨ ਮਿਲ ਸਕੇ, ਸਭ ਨੂੰ ਇੰਪਲੋਏਬਲ ਐਜੂਕੇਸ਼ਨ ਮਿਲ ਸਕੇ, ਰੈਲੇਵੈਂਟ ਐਜੂਕੇਸ਼ਨ ਮਿਲ ਸਕੇ ਔਰ ਬਹੁਤ ਹੀ ਸਸਤੇ ਭਾਅ ਮੁਫਤ ਵਾਂਗ ਮਿਲ ਸਕੇ, ਇਹ ਸਾਰੀ ਚੀਜ਼ ਆ ਇਹਨੂੰ ਮਤਲਬ ਪ੍ਰੈਕਟਿਸ 'ਚ ਲਿਆਉਣ ਲਈ, ਇਹਨੂੰ ਲੋਕਾਂ ਤੱਕ ਪਹੁੰਚਾਉਣ ਲਈ ਜਿਸ ਕਨਸੈਪਟ ਦਾ ਅਸੀਂ ਅੱਜ ਇੱਥੇ ਉਦਘਾਟਨ ਕੀਤਾ ਜਾ ਰਿਹਾ ਸਿੱਬਾ ਸਕੂਲ ਦੇ ਨਾਲ, ਉਹ ਹੈ ਸ਼ਬਦ ਲੰਗਰ। ਸੋ ਸ਼ਬਦ ਲੰਗਰ ਸਿਰਫ ਪੰਜਾਬ ਦੇ ਲੋਕਾਂ ਨੂੰ ਨਹੀਂ, ਦੁਨੀਆ ਦੇ ਲੋਕਾਂ ਨੂੰ, ਕਿਸੇ ਵੀ ਉਹ ਧਰਮ, ਕਿਸੇ ਵੀ ਅਕੀਦੇ ਨਾਲ ਜੁੜੇ ਹੋ ਸਕਦੇ ਨੇ, ਉਹਨਾਂ ਨੂੰ ਇੰਪਲੋਏਬਲ, ਅਫੋਰਡੇਬਲ, ਰੈਲੇਵੈਂਟ ਤੇ ਜਿਹੜੀ ਫਿਊਚਰਿਸਟਿਕ ਜਿਹੜੀ ਐਜੂਕੇਸ਼ਨ ਆ ਉਹ ਕਿਵੇਂ ਪ੍ਰੋਵਾਈਡ ਕਰਨੀ ਆ, ਇਹ ਮਤਲਬ ਅਸੀਂ ਇੱਕ ਨਵਾਂ ਕਨਸੈਪਟ ਲੈ ਕੇ ਆਏ ਹਾਂ ਜਿਹੜਾ ਇੱਥੋਂ ਇੰਟਰੋਡਿਊਸ ਕੀਤਾ ਜਾ ਰਿਹਾ, ਸ਼ੁਰੂ ਕੀਤਾ ਜਾ ਰਿਹਾ, ਕਿਉਂਕਿ ਇਹ ਇੱਕ ਬੈਕਵਰਡ ਏਰੀਆਜ਼ ਨੇ। ਅਸੀਂ ਬੈਕਵਰਡ ਏਰੀਆਜ਼ ਤੇ ਬੈਕਵਰਡ ਜਿਹੜੀਆਂ ਕਲਾਸਿਸ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਪਹਿਲ ਦੇਣ ਦਾ ਯਤਨ ਕਰਾਂਗੇ। ਹਾਂਜੀ ਹਾਂਜੀ, ਹੁਣ ਇਹ ਨੈਟਵਰਕ ਦੀ ਜਿਹੜੀ ਤੁਸੀਂ ਪ੍ਰੋਬਲਮ ਬਹੁਤ ਵਧੀਆ ਗੱਲ ਕੀਤੀ ਆ। ਜਿਹੜੀ ਅਸੀਂ ਮਤਲਬ ਪਲੇਟਫਾਰਮ ਬਣਾ ਰਹੇ ਹਾਂ, ਜਿਹੜੀ ਐਪ ਅਸੀਂ ਲੋਕਾਂ ਨੂੰ ਦੇਵਾਂਗੇ, ਉਹ ਆਫਲਾਈਨ ਤੇ ਆਨਲਾਈਨ ਦੋਨੋਂ ਤਰ੍ਹਾਂ ਨਾਲ ਕੰਮ ਕਰੇਗੀ। ਹਾਂ, ਉਹ ਮਤਲਬ ਇਹ ਜਿਹੜੀ ਸਮੱਸਿਆ ਹੈਗੀ ਆ, ਭਾਵੇਂ ਇਹ ਵੈਸੇ ਹੀ ਦੂਰ ਹੋ ਰਹੀ ਆ ਸਮੱਸਿਆ, ਜਿਹੜੀ ਨੈਟਵਰਕਿੰਗ ਆ ਉਹ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਆ, ਪਰ ਇਸ ਦੇ ਬਾਵਜੂਦ ਵੀ ਅਸੀਂ ਜਿਹੜੇ ਬਹੁਤ ਹੀ ਗਰੀਬ ਗੁਰਬੇ ਨੇ ਉਹਨਾਂ ਨੂੰ ਇਹ ਦੇਵਾਂਗੇ। ਹਾਂ, ਦੂਸਰੀ ਗੱਲ ਹੈ, ਹੋ ਸਕਦਾ ਬਹੁਤ ਸਾਰੇ ਲੋਕਾਂ ਕੋਲ, ਬਹੁਤ ਸਾਰੇ ਬੱਚਿਆਂ ਕੋਲ ਡਿਵਾਈਸਿਸ ਹੀ ਨਾ ਹੋਣ, ਫਿਰ ਅਸੀਂ ਬਹੁਤ ਸਾਰੇ ਗੁਰਦੁਆਰਿਆਂ ਨੂੰ ਜਾਂ ਮੰਦਰਾਂ ਨੂੰ ਜਾਂ ਇਸ ਕਿਸਮ ਦੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਸੰਸਥਾਵਾਂ ਨੇ ਉਹਨਾਂ ਨੂੰ ਅਸੀਂ ਰਿਕੁਐਸਟ ਕਰ ਰਹੇ ਹਾਂ ਕਿ ਉਹ ਆਪਣੇ ਬੱਚਿਆਂ ਲਈ ਉੱਥੇ ਡਿਵਾਈਸਿਸ ਦਾ ਪ੍ਰਬੰਧ ਕਰਨ, ਤਾਂ ਕਿ ਜਿਹੜੇ ਗਰੀਬ ਗੁਰਬੇ ਬੱਚੇ ਨੇ ਉਹ ਉਹਨਾਂ ਡਿਵਾਈਸਿਸ ਦਾ ਸਹਾਰਾ ਲੈ ਸਕਣ। ਤੇ ਉਸ ਤੋਂ ਬਾਅਦ ਦੂਸਰੀ ਜਿਹੜੀ ਇਹਦੇ ਵਿੱਚ ਵੱਡੀ ਗੱਲ ਆ ਕਿ ਅਸੀਂ ਜਿਹੜੇ ਬੱਚੇ ਨੇ ਹੁਣ ਤੱਕ ਕੀ ਕਰਦੇ ਆ ਕਿ ਸਕੂਲ ਨੇ ਉਹ ਬੱਚਿਆਂ ਨੂੰ ਗਿਆਨ ਦੇ ਕੇ ਲੈਕਚਰ ਦੇ ਕੇ ਘਰਾਂ ਨੂੰ ਭੇਜ ਦਿੰਦੇ ਨੇ ਕਿ ਬਾਕੀ ਸਾਰੀ ਪ੍ਰੈਕਟਿਸ ਤੁਸੀਂ ਘਰੇ ਜਾ ਕੇ ਕਰਨੀ ਆ। ਜਿਹੜੀ ਗਿਆਨ ਦੀ ਜਿਹੜੀ ਇੰਪਲੀਮੈਂਟੇਸ਼ਨ ਆ ਉਹਨੂੰ ਐਕਸ਼ਨ 'ਚ ਲਿਆਉਣ ਦਾ ਕੰਮ, ਜਿਹੜਾ ਮੇਨ ਕੰਮ ਆ, ਉਹ ਅਸੀਂ ਬੱਚਿਆਂ ਨੂੰ ਕਹਿ ਦਿੰਦੇ ਆ ਤੁਸੀਂ ਘਰੇ ਜਾ ਕੇ ਆਪਣੇ ਪੇਰੈਂਟਸ ਕੋਲ ਕਰੋ। ਇਸ ਨੂੰ ਅਸੀਂ ਰਿਵਰਸ ਕਰਨ ਜਾ ਰਹੇ ਹਾਂ ਕਿ ਜਿਹੜਾ ਗਿਆਨ ਆ ਉਹ ਤਾਂ ਕਦੇ ਵੀ ਕਿਤੇ ਵੀ ਅਵੇਲੇਬਲ ਹੋ ਸਕਦਾ। ਔਰ ਟੀਚਰਸ ਨਾਲੋਂ ਬਹੁਤ ਵਧੀਆ ਢੰਗ ਨਾਲ ਐਨੀਮੇਟਡ ਜਿਹੜੀਆਂ ਵੀਡੀਓਜ਼ ਨੇ ਅਸੀਂ ਪ੍ਰੋਵਾਈਡ ਕਰਾਂਗੇ। ਬੱਚੇ ਘਰੇ ਦੇਖ ਕੇ ਦਿਲਚਸਪੀ ਨਾਲ ਦੇਖ ਕੇ ਘਰੋਂ ਆਉਣਗੇ ਤੇ ਸਕੂਲ ਦੇ ਵਿੱਚ ਆ ਕੇ ਟੀਚਰਸ ਦੀ ਪ੍ਰੈਜ਼ੈਂਸ ਦੇ ਵਿੱਚ ਉਹ ਸਾਰੀ ਪ੍ਰੈਕਟਿਸ ਕਰਨਗੇ। ਤੁਸੀਂ ਦੇਖਦੇ ਹੋਵੋਗੇ ਕਿ ਸਕੂਲਾਂ ਦੇ ਵਿੱਚ ਉਹੀ ਟੀਚਰ ਜਿਹੜੇ ਪੜ੍ਹਾਉਂਦੇ ਨੇ ਉਹਨਾਂ ਦੀ ਉਹ ਬੱਚਿਆਂ ਨੂੰ ਉਹ ਉਸ ਤਰ੍ਹਾਂ ਨਾਲ ਇੰਗੇਜ ਨਹੀਂ ਕਰ ਸਕਦੇ। ਉਹੀ ਟੀਚਰ ਜਦੋਂ ਟਿਊਸ਼ਨ ਪੜ੍ਹਾਉਂਦੇ ਨੇ ਤਾਂ ਇੰਗੇਜ ਕਰ ਲੈਂਦੇ ਨੇ। ਉਹਦਾ ਕੀ ਕਾਰਨ ਆ ਕਿ ਉੱਥੇ ਉਹ ਹਰ ਬੱਚੇ ਵੱਲ ਇੱਕ ਇੰਡੀਵਿਜੂਅਲਿਸਟਿਕ ਤੌਰ ਤੇ ਧਿਆਨ ਦੇ ਸਕਦੇ ਨੇ, ਹਰੇਕ ਬੱਚੇ ਨੂੰ ਉਹਦੀਆਂ ਲੋੜਾਂ ਮੁਤਾਬਕ ਉਹਨੂੰ ਐਜੂਕੇਸ਼ਨ ਪ੍ਰੋਵਾਈਡ ਕਰ ਸਕਦੇ ਨੇ। ਸੋ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਜਿਹੜਾ ਇਹ ਪਲੇਟਫਾਰਮ ਕ੍ਰੀਏਟ ਕੀਤਾ, ਇਹ ਬੱਚਿਆਂ ਨੂੰ ਸਮੂਹਿਕ ਤੌਰ ਤੇ ਨਹੀਂ, ਬੱਚਿਆਂ ਨੂੰ ਇੰਡੀਵਿਜੂਅਲੀ ਉਹਨਾਂ ਦੀਆਂ ਲੋੜਾਂ ਮੁਤਾਬਕ, ਉਹਨਾਂ ਦੀ ਜਿਹੜੀ ਬੈਕਗਰਾਊਂਡ ਮੁਤਾਬਕ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰੇਗੀ।